ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਅਸੀਂ ਕਾਵਿ ਯਾਤਰਾ ਪੁਸਤਕ ਦੇ ਦੂਸਰੇ ਕਵੀ ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਬਾਰੇ ਪੜ੍ਹਾਂਗੇ। ਪਹਿਲੀ ਕਵਿਤਾ ਹੈ ਵਿਸਾਖੀ ਦਾ ਮੇਲਾ। ਪੱਕ ਗਈਆਂ ਕਣਕਾਂ ਲੁਕਾਟ ਹੱਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ ਭਾਰ ਨੇ, ਪੁੰਗਰੀਆਂ ਵੇਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਕਵੀ ਆਖਦਾ ਹੈ ਕਿ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ। ਲੁਕਾਟ ਜੋ ਕਿ ਪੀਲੇ ਰੰਗ ਦਾ ਫਲ ਹੈ, ਜਿਸ ਨੂੰ ਜਾਪਾਨੀ ਫਲ ਵੀ ਕਿਹਾ ਜਾਂਦਾ ਹੈ, ਉਸ ਵਿੱਚ ਵੀ ਰਸ ਭਰ ਗਿਆ ਹੈ। ਅੰਬਾਂ ਦੇ ਬੂਟਿਆਂ ਤੇ ਬੂਰ ਪੈ ਗਿਆ ਹੈ। ਕਿਆਰੀਆਂ ਵਿੱਚ ਵੀ ਗੁਲਾਬ ਦਾ ਫੁੱਲ ਖੁਸ਼ਬੂਆਂ ਵੰਡ ਰਿਹਾ ਹੈ। ਬਹਾਰ ਦੇ ਮੌਸਮ ਨੇ ਬਾਗਾਂ ਵਿੱਚ ਖੁਸ਼ੀਆਂ ਲੈ ਆਂਦੀਆਂ ਹਨ। ਭਾਵ ਬੂਟਿਆਂ ਅਤੇ ਪੌਦਿਆਂ ਉੱਤੇ ਵੀ ਖੁਸ਼ਹਾਲੀ ਆਈ ਨਜ਼ਰ ਆਉਂਦੀ ਹੈ। ਬੇਰੀਆਂ ਨੂੰ ਵੀ ਬੇਰ ਲੱਗੇ ਹੋਏ ਹਨ। ਇਸੇ ਕਾਰਨ ਟਾਹਣੀਆਂ ਦੇ ਭਾਰ ਨਾਲ ਬੇਰੀਆਂ ਦੇ ਦਰਖਤ ਝੁਕ ਗਏ ਹਨ। ਵੇਲਾਂ ਨੂੰ ਕੋਪਲਾਂ, ਨਵੇਂ ਪੱਤੇ ਅਤੇ ਫੁੱਲ ਫੁੱਟ ਗਏ ਹਨ। ਵੇਲਾਂ ਲੰਬੀਆਂ ਹੋ ਗਈਆਂ ਹਨ ਅਤੇ ਉਹ ਰੁੱਖਾਂ ਉੱਪਰ ਚੜ੍ਹ ਗਈਆਂ ਹਨ। ਫਲਦਾਰ ਬੂਟਿਆਂ ਅਤੇ ਵੇਲਾਂ ਦੇ ਫੁੱਲਾਂ ਹੇਠ ਬਹੁ ਗਿਣਤੀ ਵਿੱਚ ਫਲ ਲੱਗੇ ਹੋਏ ਹਨ। ਇਹ ਸਾਰਾ ਕੁਦਰਤੀ ਨਜ਼ਾਰਾ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪਰਮਾਤਮਾ ਦੀ ਸੰਸਾਰ ਉੱਪਰ ਨਜ਼ਰ ਭਾਵ ਮਿਹਰ ਹੋਵੇ, ਭਾਵ ਪਰਮਾਤਮਾ ਵੀ ਖੁਸ਼ ਹੋ ਕੇ ਇਸ ਧਰਤੀ ਉੱਪਰ ਕਿਰਪਾ ਕਰ ਰਿਹਾ ਹੋਵੇ। ਕਣਕ ਪੱਕਣ ਦੀ ਖੁਸ਼ੀ ਵਿੱਚ ਕਵੀ ਆਖਦਾ ਹੈ ਕਿ ਪ੍ਰੇਮੀਏ, ਆਪਾਂ ਵੀ ਵਿਸਾਖੀ ਦਾ ਆਨੰਦ ਮਾਣਨ ਲਈ ਵਿਸਾਖੀ ਦਾ ਮੇਲਾ ਵੇਖਣ ਚੱਲੀਏ। ਦੂਰ ਦੂਰ ਥਾਂੋਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਜ਼ਰੀਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਆਈਆਂ, ਸੈਂਕੜੇ ਸੁਗਾਤਾਂ ਨਾਲੇ ਹੋਰ ਹੋਈਆਂ, ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਵਣਜਾਰੇ ਦਾ ਅਰਥ ਹੈ ਵਪਾਰੀ, ਜਿਹੜੇ ਤੁਰ ਫਿਰ ਕੇ ਚੀਜ਼ਾਂ ਵੇਚਦੇ ਹਨ। ਮੇਲੇ ਵਿੱਚ ਦੂਰੋਂ ਦੂਰੋਂ ਵਣਜਾਰੇ ਆਏ ਹੋਏ ਹਨ। ਕੁੰਜਾਂ ਦਾ ਭਾਵ ਲੇਸ, ਇੱਕ ਪ੍ਰਕਾਰ ਦੀ ਕਿਨਾਰੀ, ਫੀਤੇ, ਰਿਬਨ ਤੇ ਕੱਪੜਿਆਂ ਨੂੰ ਲਗਾਉਣ ਵਾਲੇ ਬਾਰਡਰ। ਮੇਲੇ ਵਿੱਚ ਵਪਾਰੀ ਵੇਚਣ ਲਈ ਸੁੰਦਰ ਸੁੰਦਰ ਲੇਸਾਂ ਅਤੇ ਕੱਪੜਿਆਂ ਨੂੰ ਲਗਾਉਣ ਵਾਲੇ ਬਾਰਡਰ ਅਤੇ ਰਿਬਨ ਆਦਿ ਵੇਚ ਰਹੇ ਹਨ। ਦੁਕਾਨਦਾਰਾਂ ਕੋਲ ਵੰਗਾਂ ਭਾਵ ਚੂੜੀਆਂ ਅਤੇ ਗਜ਼ਰੇ ਬਹੁ ਗਿਣਤੀ ਵਿੱਚ ਅਤੇ ਬਹੁਤ ਸੁੰਦਰ ਸੁੰਦਰ ਡਿਜ਼ਾਈਨਾਂ ਵਿੱਚ ਹਨ। ਮੁਟਿਆਰਾਂ ਆਪਣੀ ਮਰਜ਼ੀ ਦੀਆਂ ਚੂੜੀਆਂ ਗਜ਼ਰੇ ਖਰੀਦ ਸਕਦੀਆਂ ਹਨ। ਝੂਠੇ ਗਹਿਣਿਆਂ ਭਾਵ ਨਕਲੀ ਗਹਿਣਿਆਂ ਦੀ ਵੀ ਮੰਡੀ ਲੱਗੀ ਹੋਈ ਹੈ। ਅਣਗਿਣਤ ਹਲਵਾਈਆਂ ਨੇ ਮਠਿਆਈਆਂ ਦੀਆਂ ਦੁਕਾਨਾਂ ਸਜਾਈਆਂ ਹੋਈਆਂ ਹਨ। ਬਾਜ਼ਾਰ ਵਿੱਚ ਸੈਂਕੜੇ ਹੀ ਹੋਰ ਵਧੀਆ ਵਧੀਆ ਇੱਕ ਦੂਜੇ ਨੂੰ ਤੋਹਫੇ ਦੇਣ ਵਿੱਚ ਦੇਣ ਲੈਣ ਦੀਆਂ ਚੀਜ਼ਾਂ ਵਿਕ ਰਹੀਆਂ ਹਨ। ਹੱਟੀ ਭਾਵ ਦੁਕਾਨਾਂ ਤੇ ਮਠਿਆਈਆਂ ਤੇ ਸ਼ੌਕੀਨਾਂ ਦੀ ਭੀੜ ਲੱਗੀ ਹੋਈ ਹੈ। ਕਵੀ ਆਪਣੀ ਪਤਨੀ ਨੂੰ ਵਿਸਾਖੀ ਦੇ ਮੇਲੇ ਦਾ ਆਨੰਦ ਮਾਣਨ ਲਈ ਕਹਿੰਦਾ ਹੈ। ਥਾਈਂ ਥਾਈਂ ਖੇਡਾਂ ਤੇ ਭੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜਾ ਕਾਂਟੋ ਤੂੰਬਾ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਵਿਸਾਖੀ ਦੇ ਮੇਲੇ ਵਿੱਚ ਥਾਂ ਥਾਂ ਖੇਡਾਂ ਹੋ ਰਹੀਆਂ ਹਨ। ਭੰਗੂੜੇ ਭਾਵ ਝੂਲੇ ਲੱਗੇ ਹੋਏ ਹਨ। ਕਿਧਰੇ ਸੱਪ ਵਿਖਾਉਣ ਵਾਲੇ ਜੋਗੀ ਸੱਪ ਵਿਖਾ ਰਹੇ ਹਨ ਅਤੇ ਮਦਾਰੀ ਬਾਂਦਰ ਬਾਂਦਰੀ ਸੱਪ ਨਿਓਲੇ ਰਿੱਛ ਆਦਿ ਦੇ ਤਮਾਸ਼ੇ ਵਿਖਾ ਰਹੇ ਹਨ। ਮੇਲੇ ਵਿੱਚੋਂ ਬੰਸਰੀ ਅਲਗੋਜੇ ਅਤੇ ਤੂੰਬੇ ਵੱਜਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਛਿੰਝ ਭਾਵ ਅਖਾੜੇ ਵਿੱਚ ਪਹਿਲਵਾਨਾਂ ਦੇ ਘੋਲ ਹੋ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਰੇ ਸੰਸਾਰ ਦਾ ਸ਼ੋਰ ਇੱਕ ਜਗ੍ਹਾ ਇਕੱਠਾ ਹੋ ਗਿਆ ਹੋਵੇ। ਲੋਕਾਂ ਦੀ ਇੰਨੀ ਭੀੜ ਹੈ ਕਿ ਇੱਕ ਦੂਜੇ ਨਾਲ ਮੋਢਾ ਵੱਜ ਰਿਹਾ ਹੈ। ਮੇਲੇ ਨੇ ਕਾਫੀ ਜ਼ਮੀਨ ਜਗ੍ਹਾ ਘੇਰੀ ਹੋਈ ਹੈ। ਮੇਲਾ ਕਈ ਮੀਲਾਂ ਤੱਕ ਫੈਲਿਆ ਹੋਇਆ ਹੈ। ਬਾਲ ਬੁੱਢੇ ਗੱਭਰੂ ਮੇਲੇ 'ਚ ਆਏ ਨੇ, ਟੁੰਬ ਟੁੰਬ ਰੀਝਾਂ ਨੇ ਸਾਰੇ ਜਗਾਏ ਨੇ, ਭਾਂਤੋ ਭਾਂਤ ਦਿਲ ਭਾਂਤੋ ਭਾਂਤ ਮਾਲ ਨੇ, ਟੋਲ ਰਹੇ ਆਪੋ ਆਪਣੇ ਖਿਆਲ ਨੇ, ਮੇਲੇ ਦੀ ਬਹਾਰ ਏ ਤੇ ਕਾਲਾਂ ਤੀਕ ਈ, ਸੌਦਾ ਲੈ ਵਿਹਾਰ ਜਿਹਦੀ ਜੋ ਤਫੀਕ ਈ, ਪਲੋ ਪਲੀ ਵਿੱਚ ਹੋਣੀ ਚਲੋ ਚੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
ਮੇਲੇ ਵਿੱਚ ਬਾਲ ਭਾਵ ਬੱਚੇ, ਬੁੱਢੇ, ਗੱਭਰੂ, ਨੌਜਵਾਨ ਸਭ ਪੁੱਜੇ ਹਨ। ਸਾਰਿਆਂ ਦੇ ਮਨ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਉਮੰਗਾਂ, ਰੀਝਾਂ ਜਗੀਆਂ ਹੋਈਆਂ ਹਨ। ਸਭ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨਾ ਚਾਹੁੰਦੇ ਹਨ ਅਤੇ ਆਪਣੀ ਮਨ ਦੀ ਇੱਛਾ ਅਨੁਸਾਰ ਚੀਜ਼ ਖਰੀਦ ਰਹੇ ਹਨ। ਤ੍ਰਿਕਾਲਾਂ ਭਾਵ ਸ਼ਾਮ ਹੋਣ ਤੇ ਇਹ ਮੇਲਾ ਖਤਮ ਹੋ ਜਾਏਗਾ। ਲੋਕ ਆਪਣੀ ਜੇਬ ਅਨੁਸਾਰ ਖਰਚ ਕਰ ਸਕਣਗੇ। ਸੂਰਜ ਛਿਪਦੇ ਹੀ ਸਭ ਦੇ ਮਨਾਂ ਵਿੱਚ ਘਰ ਵਾਪਸ ਜਾਣ ਦੀ ਕਾਹਲ ਪੈਦਾ ਹੋ ਜਾਵੇਗੀ। ਇਸੇ ਕਰਕੇ ਹੀ ਕਵੀ ਆਪਣੀ ਪਤਨੀ ਨੂੰ ਵੀ ਮੇਲੇ ਦਾ ਆਨੰਦ ਮਾਣਨ ਲਈ ਕਹਿੰਦਾ ਹੈ ਕਿ ਉਹ ਵੀ ਵਿਸਾਖੀ ਦੇ ਮੇਲੇ ਦਾ ਆਨੰਦ ਮਾਣ ਲਵੇ, ਕਿਉਂਕਿ ਫਿਰ ਇਹ ਰਾਮ ਚਾਤ੍ਰਿਕ ਦੀ ਦੂਸਰੀ ਕਵਿਤਾ ਪੜਾਂਗੇ, ਸਮੇਂ ਦੀ ਬਹਾਰ। ਨਵੀਓ ਨਵੀਂ ਬਹਾਰ, ਸਮੇਂ ਦੀ ਨਵੀਓ ਨਵੀਂ ਬਹਾਰ, ਨਵੇਂ ਸਮੇਂ ਦੇ ਨਵੇਂ ਨਜ਼ਾਰੇ, ਨਵੀਂ ਜਵਾਨੀ ਨਵੇਂ ਹੁਲਾਰੇ, ਨਵੇਂ ਬਾਜ਼ਾਰ ਤਮਾਸ਼ੇ ਮੇਲੇ, ਨਵੇਂ ਹੁਸੀਨ ਨਵੇਂ ਅਲਵੇਲੇ, ਨਵੀਂ ਨਸ਼ੇ ਦੀ ਧਾਰ, ਸਮੇਂ ਦੀ ਨਵੀਓ ਨਵੀਂ ਬਹਾਰ। ਕਵੀ ਇਹਨਾਂ ਕਾਵਿ ਸਤਰਾਂ ਵਿੱਚ ਆਧੁਨਿਕ ਸਮਾਜ ਵਿੱਚ ਆ ਰਹੇ ਪਰਿਵਰਤਨ ਨੂੰ ਆਪਣੀ ਕਵਿਤਾ ਦਾ ਕੇਂਦਰੀ ਬਿੰਦੂ ਬਣਾਉਂਦਾ ਹੋਇਆ ਲਿਖਦਾ ਹੈ ਕਿ ਸਮੇਂ ਦੀ ਆਜ਼ਾਦੀ ਅਤੇ ਅਗਾਂਹ ਵਧੂ ਸੋਚ ਕਾਰਨ ਸਮਾਜ ਵਿੱਚ ਇੱਕ ਤਰ੍ਹਾਂ ਨਾਲ ਨਵੀਂ ਬਹਾਰ ਆ ਰਹੀ ਹੈ। ਇਸ ਨਵੇਂ ਅਤੇ ਆਜ਼ਾਦ ਸਮਾਜ ਦੇ ਦ੍ਰਿਸ਼ ਵੀ ਬਦਲੇ ਹੋਏ ਤੇ ਨਵੇਂ ਹਨ। ਸਮਾਜ ਅੰਦਰ ਨਵੀਂ ਜਵਾਨੀ ਪ੍ਰਵੇਸ਼ ਕਰ ਗਈ ਹੈ। ਇਸੇ ਲਈ ਸਮਾਜ ਨੂੰ ਨਵੀਂ ਕਿਸਮ ਦੇ ਝੂਟੇ ਜਾਂ ਆਨੰਦ ਮਿਲ ਰਿਹਾ ਹੈ। ਇਸ ਬਦਲੀ ਹੋਈ ਫਿਜ਼ਾ ਵਿੱਚ ਬਾਜ਼ਾਰ ਵੀ ਬਦਲ ਕੇ ਨਵੇਂ ਬਣ ਗਏ ਹਨ ਅਤੇ ਇੱਥੇ ਹੋਣ ਵਾਲੇ ਤਮਾਸ਼ੇ ਅਤੇ ਮੇਲੇ ਵੀ ਨਵੀਂ ਕਿਸਮ ਦੇ ਹੋ ਗਏ ਹਨ। ਸਾਡੇ ਆਲੇ ਦੁਆਲੇ ਨਵੇਂ ਸੁੰਦਰ ਚਿਹਰੇ ਨਜ਼ਰ ਆ ਰਹੇ ਹਨ ਅਤੇ ਮਸਤ ਕਿਸਮ ਦੇ ਲੋਕ ਵਿਚਰ ਰਹੇ ਹਨ। ਸਮੇਂ ਦੀ ਆਜ਼ਾਦ ਤੇ ਅਗਾਂਹ ਵਧੂ ਤਬਦੀਲੀ ਨਾਲ ਮੁਟਿਆਰਾਂ ਅਤੇ ਨੌਜਵਾਨਾਂ ਵਿੱਚ ਵੀ ਤਬਦੀਲੀ ਆ ਗਈ ਹੈ। ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਸਮਾਜ ਵਿੱਚ ਇੱਕ ਨਵੀਂ ਕਿਸਮ ਦਾ ਨਸ਼ਾ ਛਾ ਗਿਆ ਹੈ ਅਤੇ ਇੱਕ ਨਵੀਂ ਕਿਸਮ ਦੀ ਬਹਾਰ ਦਾ ਪ੍ਰਵੇਸ਼ ਹੋ ਗਿਆ ਹੈ। ਪਿਛਲੀ ਹੋ ਗਈ ਗੱਲ ਪੁਰਾਣੀ, ਨਵਿਆਂ ਛੋਹੀ ਨਵੀਂ ਕਹਾਣੀ, ਪਿਛਲੇ ਲੀਹਾਂ ਨਾਲ ਖਲੋ ਗਏ, ਨਵੇਂ ਨਿਸ਼ਾਨ ਅਗੇਰੇ ਹੋ ਗਏ, ਬਦਲ ਗਿਆ ਸੰਸਾਰ, ਸਮੇਂ ਦੀ ਨਵੀਓ ਨਵੀਂ ਬਹਾਰ। ਨਵੇਂ ਸਮਾਜ ਦੀ ਆਜ਼ਾਦ ਅਤੇ ਅਗਾਂਹ ਵਧੂ ਤਬਦੀਲੀ ਦੀ ਗੱਲ ਕਰਦਿਆਂ ਇਹਨਾਂ ਕਾਵਿ ਸਤਰਾਂ ਵਿੱਚ ਕਵੀ ਲਿਖਦਾ ਹੈ ਕਿ ਪੁਰਾਣੀ ਸੋਚ ਹੁਣ ਇੱਕ ਪੁਰਾਣੀ ਜਾਂ ਬੀਤੇ ਦੀ ਗੱਲ ਬਣ ਗਈ ਹੈ। ਹੁਣ ਆਜ਼ਾਦ ਸਮਾਜ ਅੰਦਰ ਅੱਜ ਦੀ ਨੌਜਵਾਨ ਪੀੜ੍ਹੀ ਨੇ ਨਵੀਂ ਕਹਾਣੀ ਸ਼ੁਰੂ ਕੀਤੀ ਹੈ। ਭਾਵ ਹੁਣ ਸਮਾਜ ਨੌਜਵਾਨ ਪੀੜ੍ਹੀ ਦੀ ਸੋਚ ਤੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਰਿਹਾ ਹੈ। ਪੁਰਾਣੀ ਪੀੜ੍ਹੀ ਜਾਂ ਪੁਰਾਣੇ ਖਿਆਲਾਂ ਦੇ ਲੋਕ ਪੁਰਾਣੇ ਵਿਚਾਰਾਂ ਤੱਕ ਸੀਮਿਤ ਹੋ ਕੇ ਰਹਿ ਗਏ ਹਨ ਅਤੇ ਨਵੀਂ ਨੌਜਵਾਨ ਪੀੜ੍ਹੀ ਉਹਨਾਂ ਤੋਂ ਅੱਗੇ ਲੰਘ ਗਈ ਹੈ। ਇਸ ਸਭ ਦਾ ਇਹ ਨਤੀਜਾ ਨਿਕਲਿਆ ਹੈ ਕਿ ਦੁਨੀਆ ਵਿੱਚ ਹੀ ਪਰਿਵਰਤਨ ਆ ਗਿਆ ਹੈ। ਸਮਾਂ ਨਵੀਂ ਕਿਸਮ ਦੀ ਬਹਾਰ ਜਾਂ ਖੁਸ਼ਹਾਲੀ ਲੈ ਕੇ ਆਇਆ ਹੈ। ਕੁਦਰਤ ਅਦਲ ਬਦਲ ਤੇ ਹੱਸੀ, ਨਵੀਂ ਸੜਕ ਨਵਿਆਂ ਨੂੰ ਦੱਸੀ, ਸਹਿਮ ਗੁਲਾਮੀ ਅੰਦਰ ਵੜ ਗਈ, ਆਜ਼ਾਦੀ ਕੋਠੇ ਤੇ ਚੜ ਗਈ, ਲਿਆ ਮੋਰਚਾ ਮਾਰ, ਸਮੇਂ ਦੀ ਨਵੀਓ ਨਵੀਂ ਬਹਾਰ। ਨਵੀਂ ਅਤੇ ਪੁਰਾਣੀ ਸੋਚ ਦੀ ਤੁਲਨਾ ਕਰਨ ਤੋਂ ਪਿੱਛੋਂ ਪਤਾ ਲੱਗਦਾ ਹੈ ਕਿ ਨਵੇਂ ਸਮਾਜ ਦੀ ਆਜ਼ਾਦ ਅਤੇ ਅਗਾਂਹ ਵਧੂ ਸੋਚ ਨੂੰ ਵੇਖ ਕੇ ਕੁਦਰਤ ਵੀ ਬਹੁਤ ਖੁਸ਼ ਹੋ ਗਈ ਹੈ। ਉਸ ਨੇ ਨੌਜਵਾਨ ਪੀੜ੍ਹੀ ਦਾ ਮਾਰਗ ਦਰਸ਼ਨ ਕੀਤਾ ਹੈ। ਕੁਦਰਤ ਨੇ ਵੀ ਨਵੀਂ ਪੀੜ੍ਹੀ ਦੇ ਅਗਲੇ ਕਦਮਾਂ ਲਈ ਉਹਨਾਂ ਦੀ ਅਗਵਾਈ ਕੀਤੀ ਹੈ। ਗੁਲਾਮੀ ਡਰ ਕੇ ਅੰਦਰ ਛੁਪ ਗਈ ਹੈ। ਉਸ ਅੰਦਰ ਆਜ਼ਾਦ ਵਾਤਾਵਰਣ ਵਿੱਚ ਵਿਚਰਨ ਦੀ ਹਿੰਮਤ ਹੀ ਨਹੀਂ। ਹੁਣ ਸਾਰੇ ਪਾਸੇ ਆਜ਼ਾਦੀ ਅਤੇ ਆਜ਼ਾਦ ਵਿਚਾਰਾਂ ਦਾ ਬੋਲਬਾਲਾ ਹੈ। ਇਸ ਤਰ੍ਹਾਂ ਨਵੀਂ ਪੀੜ੍ਹੀ ਨੇ ਇੱਕ ਪ੍ਰਕਾਰ ਦੀ ਜਿੱਤ ਹਾਸਲ ਕਰ ਲਈ ਹੈ ਅਤੇ ਪੁਰਾਣੇ ਵਿਚਾਰ ਹਾਰ ਕੇ ਬੈਠ ਗਏ ਹਨ। ਸਮਾਜ ਵਿੱਚ ਨਵੇਂ ਅਤੇ ਅਗਾਂਹ ਵਧੂ ਵਿਚਾਰ ਜ਼ੋਰ ਪਕੜ ਗਏ ਹਨ ਤੇ ਪੁਰਾਣੇ ਤੇ ਪਰੰਪਰਾਵਾਦੀ ਵਿਚਾਰਤਾਵਾਂ ਖੁੱਡੇ ਲੱਗ ਗਈਆਂ ਹਨ। ਰਹੇ ਪੁਰਾਣੇ ਰੌਲਾ ਪਾਉਂਦੇ, ਨਵੇਂ ਵੱਧ ਗਏ ਹੱਸਦੇ ਗਾਉਂਦੇ, ਨੱਚ ਖਲੋਤੀ ਫਿਰਕੇਦਾਰੀ, ਮਚਲਾ ਹੋ ਗਿਆ ਚਤਰਮਦਾਰੀ, ਲੱਗਾ ਦੇਣ ਪਿਆਰ, ਸਮੇਂ ਦੀ ਨਵੀਓ ਨਵੀਂ ਬਹਾਰ। ਨਵੀਂ ਜਵਾਨੀ ਦੀ ਅਗਾਂਹ ਵਧੂ ਸੋਚ ਦੀ ਚੜ੍ਹਤ ਨੂੰ ਬਿਆਨ ਕਰਨ ਤੋਂ ਪਿੱਛੋਂ ਕਵੀ ਲਿਖਦਾ ਹੈ ਕਿ ਨਵੀਂ ਸੋਚ ਦੀ ਚੜ੍ਹਤ ਨੂੰ ਵੇਖ ਕੇ ਪੁਰਾਣੀ ਸੋਚ ਦੇ ਲੋਕ ਕਿੰਤੂ ਪ੍ਰੰਤੂ ਕਰਦੇ ਰਹੇ ਅਤੇ ਬਿਨਾਂ ਕਾਰਨ ਤੋਂ ਸ਼ੋਰ ਪਾਉਂਦੇ ਰਹੇ। ਦੂਜੇ ਪਾਸੇ ਨਵੀਂ ਅਤੇ ਅਗਾਂਹ ਵਧੂ ਸੋਚ ਰੱਖਣ ਵਾਲੇ ਹੱਸਦੇ ਗਾਉਂਦੇ ਅੱਗੇ ਵਧਦੇ ਗਏ। ਇਹ ਸਭ ਕੁਝ ਦੇਖ ਕੇ ਧਾਰਮਿਕ ਤੰਗਦਿਲੀ ਜਾਂ ਆਪਸੀ ਧਾਰਮਿਕ ਨਫ਼ਰਤ ਕਰਨ ਵਾਲੇ ਲੋਕ ਹੈਰਾਨ ਰਹਿ ਗਏ। ਉਹਨਾਂ ਨੂੰ ਨਵੀਂ ਅਤੇ ਅਗਾਂਹ ਵਧੂ ਸੋਚ ਦੀ ਚੜ੍ਹਤ ਦਾ ਬਹੁਤ ਦੁੱਖ ਹੋਇਆ ਹੈ। ਲੋਕਾਂ ਨੂੰ ਧਰਮ ਦੇ ਨਾਂ ਉੱਤੇ ਹੋਰ ਗੱਲਾਂ ਕਾਰਨ ਲੜਾਉਣ ਵਾਲਾ
ਧਾਰਮਿਕ ਨੇਤਾ ਵੀ ਹੁਣ ਸਿਆਣਾ ਹੋ ਗਿਆ ਹੈ। ਉਹ ਆਪਸ ਵਿੱਚ ਧਾਰਮਿਕ ਨਫ਼ਰਤ ਕਰਨ ਵਾਲਿਆਂ ਨੂੰ ਪਿਆਰ ਕਰਨ ਲੱਗਾ ਹੈ ਤੇ ਦੂਸਰਿਆਂ ਨੂੰ ਵੀ ਹੱਲਾਸ਼ੇਰੀ ਦੇਣ ਲੱਗਾ ਹੈ। ਬਾਬਾ ਰਾਹੋਂ ਲਾਂਭੇ ਹੋ ਜਾ, ਜਾਂ ਨਵਿਆਂ ਦੇ ਨਾਲ ਖਲੋ ਜਾ, ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਇਹ ਹੁਣ ਹੰਬਲੇ ਮਾਰਨ ਪਈਆਂ, ਅਗਲੀਆਂ ਹੋਈਆਂ ਤਿਆਰ, ਸਮੇਂ ਦੀ ਨਵੀਂ ਨਵੀਂ ਬਹਾਰ। ਧਾਰਮਿਕ ਕੱਟੜਤਾ ਕਾਰਨ ਆਪਸ ਵਿੱਚ ਨਫ਼ਰਤਾਂ ਤੇ ਵਿਤਕਰੇ ਪਾਉਣ ਵਾਲਿਆਂ ਦੀ ਗੱਲ ਕਰਨ ਤੋਂ ਬਾਅਦ ਕਵੀ ਪੁਰਾਣੀ ਸੋਚ ਰੱਖਣ ਵਾਲੇ ਮਨੁੱਖ ਨੂੰ ਆਖਦਾ ਹੈ ਕਿ ਤੂੰ ਜਾਂ ਤਾਂ ਰਾਹ ਵਿੱਚੋਂ ਪਾਸੇ ਹੋ ਜਾ, ਭਾਵ ਨਵੀਂ ਪੀੜ੍ਹੀ ਦੇ ਰਸਤੇ ਵਿੱਚ ਅੜਿੱਕਾ ਨਾ ਬਣ, ਜਾਂ ਫਿਰ ਤੂੰ ਨਵੀਂ ਪੀੜ੍ਹੀ ਅਤੇ ਅਗਾਂਹ ਵਧੂ ਵਿਚਾਰ ਰੱਖਣ ਵਾਲੇ ਲੋਕਾਂ ਦੇ ਨਾਲ ਹੀ ਰਲ ਜਾ। ਪਿਛਲੀਆਂ ਤੇ ਪੁਰਾਣੀਆਂ ਲਹਿਰਾਂ ਪਤਾ ਨਹੀਂ ਕਿੱਧਰ ਗਵਾਚ ਗਈਆਂ ਹਨ, ਪਰ ਉਹਨਾਂ ਦੇ ਮੁਕਾਬਲੇ ਵਿੱਚ ਨਵੀਆਂ ਅਤੇ ਅਗਾਂਹ ਵਧੂ ਲਹਿਰਾਂ ਹਿੰਮਤ ਕਰ ਰਹੀਆਂ ਹਨ। ਇਹਨਾਂ ਨੇ ਕਾਫੀ ਪ੍ਰਾਪਤੀਆਂ ਕਰ ਲਈਆਂ ਹਨ। ਨਵੇਂ ਵਿਚਾਰਾਂ ਵਾਲੀਆਂ ਲਹਿਰਾਂ ਵੀ ਹੁਣ ਹੋਰ ਤਿਆਰ ਹੋ ਗਈਆਂ ਹਨ। ਸਮੇਂ ਅੰਦਰ ਨਵੀਂ ਤਬਦੀਲੀ ਅਤੇ ਖੁਸ਼ਹਾਲੀ ਆ ਗਈ ਹੈ। ਤੱਤੇ ਠੰਡੇ ਸਮੇਂ ਸਮੋਏ, ਵਕਤ ਨਜਿੱਠਣ ਇਕੱਠੇ ਹੋਏ, ਜੁਗ ਜੁਗ ਚੱਕਰ ਕਾਲ ਦਾ ਚੱਲੇ, ਔਖੇ ਹੁੰਦੇ ਜਾਣ ਸੁਖੱਲੇ, ਤੁਰੀ ਰਹੇ ਰਫ਼ਤਾਰ, ਸਮੇਂ ਦੀ ਨਵੀਂ ਨਵੀਂ ਬਹਾਰ। ਪਰੰਪਰਾਵਾਦੀ ਵਿਚਾਰਾਂ ਵਾਲੇ ਲੋਕਾਂ ਨੂੰ ਚੇਤਾਵਨੀ ਦੇਣ ਤੋਂ ਪਿੱਛੋਂ ਕਵੀ ਇਹਨਾਂ ਕਾਵਿ ਸਤਰਾਂ ਵਿੱਚ ਆਖਦਾ ਹੈ ਕਿ ਸਮੇਂ ਨਾਲ ਮਾੜੇ ਅਤੇ ਚੰਗੇ ਅਤੇ ਗਰਮ ਅਤੇ ਠੰਡੇ ਵਿਚਾਰਾਂ ਵਾਲੇ ਸਾਰੇ ਅਗਾਂਹ ਵਧੂ ਨੌਜਵਾਨਾਂ ਦੁਆਰਾ ਸ਼ੁਰੂ ਕੀਤੀ ਗਈ ਲਹਿਰ ਵਿੱਚ ਸਮਾ ਗਏ। ਭਾਵ ਇਸ ਲਹਿਰ ਵਿੱਚ ਗਰਮ ਵਿਚਾਰਾਂ ਵਾਲੇ ਅਤੇ ਸਾਡੇ ਖਿਆਲਾਂ ਵਾਲੇ ਭਾਵ ਹਰ ਕਿਸਮ ਦੇ ਲੋਕ ਜਜ਼ਬ ਹੋ ਗਏ ਹਨ। ਇਹ ਲੋਕ ਸਮੇਂ ਸੰਬੰਧੀ ਕੋਈ ਨਿਰਣਾ ਲੈਣ ਲਈ ਇਕੱਠੇ ਹੋਏ। ਇਹ ਚੱਕਰ ਯੁਗਾਂ ਤੋਂ ਚੱਲਦਾ ਆ ਰਿਹਾ ਹੈ। ਇਸ ਦਾ ਸਿੱਟਾ ਇਹ ਨਿਕਲੇਗਾ ਕਿ ਜਿਹੜੇ ਪਹਿਲਾਂ ਮੁਸ਼ਕਲਾਂ ਨਾਲ ਘਿਰੇ ਹੁੰਦੇ ਹਨ ਉਹ ਸੌਖੇ ਹੋ ਜਾਂਦੇ ਹਨ, ਭਾਵ ਉਹਨਾਂ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤਰ੍ਹਾਂ ਸੰਸਾਰ ਦੀ ਗਤੀ ਚੱਲਦੀ ਰਹਿੰਦੀ ਹੈ, ਭਾਵ ਇਸੇ ਚਾਲ ਵਿੱਚ ਦੁਨੀਆ ਚੱਲਦੀ ਰਹਿੰਦੀ ਹੈ। ਬੱਚਿਓ, ਤੁਹਾਨੂੰ ਇਹਨਾਂ ਦੋਨਾਂ ਕਵਿਤਾਵਾਂ ਦੇ ਨਾਲ ਕੁਝ PDF ਫਾਈਲਸ ਵੀ ਭੇਜੀਆਂ ਜਾਣਗੀਆਂ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਉਹਨਾਂ ਨੂੰ ਆਪਣੀ ਕਾਪੀ ਤੇ ਜ਼ਰੂਰ ਨੋਟ ਕਰੋਗੇ ਤਾਂ ਕਿ ਤੁਹਾਨੂੰ ਦੁਹਰਾਈ ਕਰਨ ਵਿੱਚ